अहम खबर 2000 रुपये के नोट नाल जुड़ी हुई है। आरबीआई ने 2000 रुपये के नोट वापस लैण का फैसला ले लिया, यानी कि भारत दे विच आउंदे महीने 30 सितंबर तक ये नोट बंद हो जाणगे। भारत दे विच ये नोट छपने पहलां ही बंद हो चुके ने ते हुण जिन्हां दे कोल भी 2000 दी करंसी है वो बैंकां दे विच 23 मई तो लैके 30 सितंबर तक जां तां बदली जा सकदी है जां फिर जमा करवाई जा सकदी है। ਤੇ ਇੱਕ ਵਾਰ ਦੇ ਵਿੱਚ ਤੁਸੀਂ ਸਿਰਫ 20000 ਰੁਪਏ ਹੀ ਵਟਾ ਸਕਦੇ ਹੋ, ਯਾਨੀ ਕਿ 2000 ਦੇ 10 ਨੋਟ ਹੀ ਵਟਾ ਸਕਦੇ ਹੋ। 2016 ਦੇ ਨਵੰਬਰ ਮਹੀਨੇ ਦੇ ਵਿੱਚ ਜਦੋਂ ਤਤਕਾਲੀ ਨਰਿੰਦਰ ਮੋਦੀ ਸਰਕਾਰ ਨੇ ਭਾਰਤ ਦੇ ਵਿੱਚ ਨੋਟਬੰਦੀ ਦਾ ਐਲਾਨ ਕਰ ਦਿੱਤਾ ਸੀ, 500 ਅਤੇ 1000 ਰੁਪਏ ਦੇ ਨੋਟ ਅੱਧੀ ਰਾਤ ਤੋਂ ਬੰਦ ਕਰ ਦਿੱਤੇ ਗਏ ਸੀ ਅਤੇ ਉਸ ਤੋਂ ਬਾਅਦ ਫਿਰ 2000 ਦੀ ਕਰੰਸੀ ਬਾਜ਼ਾਰ ਦੇ ਵਿੱਚ ਲਿਆਂਦੀ ਗਈ ਸੀ। ਪਰ ਸਰਕਾਰ ਦੇ ਵੱਲੋਂ ਐਤਕੀ ਵੱਡੀ ਰਾਹਤ ਦਿੱਤੀ ਗਈ ਹੈ। ਰਾਤੋਂ ਰਾਤ ਕਰੰਸੀ ਬੰਦ ਨਹੀਂ ਕੀਤੀ ਗਈ ਹੈ। ਦੇਸ਼ ਵਾਸੀਆਂ ਨੂੰ 4 ਮਹੀਨੇ ਤੋਂ ਵੱਧ ਦਾ ਸਮਾਂ ਇਹਨਾਂ ਨੋਟਾਂ ਨੂੰ ਬਦਲਣ ਜਾਂ ਫਿਰ ਜਮ੍ਹਾਂ ਕਰਵਾਉਣ ਦੇ ਲਈ ਦਿੱਤਾ ਗਿਆ ਹੈ। ਆਰਬੀਆਈ ਨੇ ਬੈਂਕਾਂ ਨੂੰ ਤੁਰੰਤ ਪ੍ਰਭਾਵ ਨਾਲ 2000 ਰੁਪਏ ਦੇ ਕਰੰਸੀ ਨੋਟ ਜਾਰੀ ਕਰਨ ਤੋਂ ਰੋਕ ਦਿੱਤਾ ਹੈ, ਯਾਨੀ ਕਿ ਬੈਂਕਾਂ ਦੇ ਵਿੱਚ ਜੇ ਤੁਸੀਂ ਕੈਸ਼ ਦਾ ਲੈਣ ਦੇਣ ਕਰਨ ਦੇ ਲਈ ਜਾਓਗੇ ਤਾਂ ਬੈਂਕ ਦੇ ਵੱਲੋਂ ਤੁਹਾਨੂੰ ਹੁਣ 2000 ਰੁਪਏ ਦਾ ਨੋਟ ਨਹੀਂ ਦਿੱਤਾ ਜਾਏਗਾ। ਏਟੀਐਮ ਦੇ ਵਿੱਚ ਵੀ 2000 ਦੇ ਨੋਟ ਹੁਣ ਤੁਹਾਨੂੰ ਨਹੀਂ ਮਿਲਣਗੇ। ਆਰਬੀਆਈ ਨੇ ਇਹ ਫੈਸਲਾ ਅਜਿਹੇ ਮੌਕੇ ਲਿਆ ਜਦੋਂ ਕਾਲੇ ਧਨ ਨੂੰ ਜਮ੍ਹਾਂ ਕਰਨ ਦੇ ਲਈ ਸਭ ਤੋਂ ਉੱਚੇ ਮੁੱਲ ਦੇ ਨੋਟਾਂ ਦੀ ਵਰਤੋਂ ਫਿਕਰਮੰਦੀ ਦਾ ਵਿਸ਼ਾ ਬਣਿਆ ਹੋਇਆ ਸੀ। ਕੇਂਦਰੀ ਬੈਂਕ ਨੇ 2018-19 ਦੇ ਵਿੱਚ ਹੀ 2000 ਰੁਪਏ ਦੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਸੀ ਤੇ ਹੁਣ ਤੱਕ 2000 ਦੇ ਪੁਰਾਣੇ ਨੋਟਾਂ ਦਾ ਹੀ ਲੈਣ ਦੇਣ ਹੈ ਜਿਹੜਾ ਉਹ ਬਾਜ਼ਾਰ ਦੇ ਵਿੱਚ ਚੱਲ ਰਿਹਾ ਸੀ। ਛਪਾਈ 2019 ਦੇ ਵਿੱਚ ਬੰਦ ਹੋ ਚੁੱਕੀ ਹੈ। ਉਦੋਂ ਤੋਂ ਲੈ ਕੇ ਹੀ ਲਗਾਤਾਰ ਕਈ ਵਾਰੀ ਰੌਲਾ ਪਿਆ ਕਿ 2000 ਦਾ ਨੋਟ ਵੀ ਬੰਦ ਕੀਤਾ ਜਾਊਗਾ। ਛਪਾਈ ਬੰਦ ਕਰਨ ਦਾ ਮਤਲਬ ਇਹੀ ਹੈ ਕਿ ਇੱਕ ਨਾ ਇੱਕ ਦਿਨ ਕਰੰਸੀ ਇਹ ਬੰਦ ਹੋਵੇਗੀ। ਤੇ ਮੋਦੀ ਸਰਕਾਰ ਨੇ ਨੋਟਬੰਦੀ ਤੋਂ ਬਾਅਦ ਜਦੋਂ 2000 ਰੁਪਏ ਦਾ ਕਰੰਸੀ ਨੋਟ ਨਵੰਬਰ 2016 ਵਿੱਚ ਬਾਜ਼ਾਰ ਵਿੱਚ ਲਿਆਂਦਾ ਸੀ ਤਾਂ ਉਦੋਂ ਇਸ ਪੇਸ਼ਕਦਮੀ ਦਾ ਮੁੱਖ ਮੰਤਵ 500 ਤੇ 1000 ਰੁਪਏ ਦੇ ਬੰਦ ਕੀਤੇ ਨੋਟਾਂ ਦੇ ਮੱਦੇਨਜ਼ਰ ਅਰਥਚਾਰੇ ਦੀਆਂ ਕਰੰਸੀ ਦੀਆਂ ਲੋੜਾਂ ਨੂੰ ਪੂਰਾ ਕਰਨਾ ਸੀ। ਆਰਬੀਆਈ ਨੇ ਹੁਣ ਕਿਹਾ ਕਿ ਸਾਡੇ ਧਿਆਨ ਵਿੱਚ ਆਇਆ ਕਿ 2000 ਰੁਪਏ ਦਾ ਕਰੰਸੀ ਨੋਟ ਆਮ ਕਰਕੇ ਲੈਣ ਦੇਣ ਦੇ ਵਿੱਚ ਨਹੀਂ ਵਰਤਿਆ ਜਾਂਦਾ। ਹੋਰਨਾਂ ਮੁੱਲਾਂ ਵਾਲੇ ਕਰੰਸੀ ਨੋਟਾਂ ਦਾ ਸਟਾਕ ਲੋਕਾਂ ਦੀ ਕਰੰਸੀ ਲੋੜਾਂ ਨੂੰ ਪੂਰਾ ਕਰਨ ਦੇ ਲਈ ਕਾਫੀ ਹੈ। ਯਾਨੀ ਕਿ ਆਰਬੀਆਈ ਨੇ ਇੱਕ ਨੋਟ 2000 ਦਾ ਜਿਹੜਾ ਸਭ ਤੋਂ ਵੱਡਾ ਕਰੰਸੀ ਨੋਟ ਹੈ ਭਾਰਤ ਦੇ ਵਿੱਚ ਉਸ ਨੂੰ ਬੰਦ ਕਰਨ ਦੇ ਨਾਲ ਕੋਈ ਵੀ ਨਵਾਂ ਨੋਟ ਬਾਜ਼ਾਰ ਦੇ ਵਿੱਚ ਲਿਆਉਣ ਦਾ ਹਾਲ ਦੀ ਘੜੀ ਕੋਈ ਐਲਾਨ ਨਹੀਂ ਕੀਤਾ ਹੈ। ਹਾਲਾਂਕਿ ਬੈਂਕ ਨੇ ਇਹ ਵੀ ਕਿਹਾ ਕਿ 2000 ਰੁਪਏ ਦੇ ਨੋਟ ਕਾਨੂੰਨੀ ਤੌਰ ਤੇ ਵੈਲਿਡ ਹੀ ਰਹਿਣਗੇ, ਪਰ 30 ਸਤੰਬਰ ਤੋਂ ਬਾਅਦ ਇਹਨਾਂ ਦਾ ਲੈਣ ਦੇਣ ਨਹੀਂ ਹੋ ਸਕੇਗਾ। ਇੱਕ ਜ਼ਰੂਰੀ ਜਾਣਕਾਰੀ ਵੀ ਆਪਣੇ ਦਰਸ਼ਕਾਂ ਨੂੰ ਦੇ ਦਿੰਦੇ ਆ ਕਿ 2000 ਰੁਪਏ ਦਾ ਨੋਟ ਤੁਸੀਂ ਕਿਸੇ ਵੀ ਬੈਂਕ ਦੇ ਵਿੱਚੋਂ ਬਦਲਵਾ ਸਕਦੇ ਹੋ। ਆਰਬੀਆਈ ਭਾਰਤ ਦਾ ਕੇਂਦਰੀ ਬੈਂਕ ਹੈ। ਕਰੰਸੀ ਨੂੰ ਲੈ ਕੇ ਜੇ ਕੋਈ ਵੀ ਬਦਲਾਵ ਕਰਨਾ ਹੁੰਦਾ ਹੈ ਤਾਂ ਆਰਬੀਆਈ ਦੇ ਵੱਲੋਂ ਹੀ ਕੀਤਾ ਜਾਂਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ 2000 ਦੇ ਜਿਹੜੇ ਰੋਕੇ ਗਏ ਨੋਟ ਨੇ ਉਹ ਸਿਰਫ ਆਰਬੀਆਈ ਦੀਆਂ ਸ਼ਾਖਾਵਾਂ ਦੇ ਵਿੱਚ ਹੀ ਬਦਲਵਾ ਸਕਦੇ ਹੋ। ਤੁਸੀਂ ਭਾਰਤ ਦੀ ਕਿਸੇ ਵੀ ਬੈਂਕ ਦੇ ਵਿੱਚ ਇਹ ਨੋਟ ਬਦਲਵਾ ਸਕਦੇ ਹੋ। ਬੈਂਕਾਂ ਨੂੰ ਖਾਸ ਹਦਾਇਤ ਆਰਬੀਆਈ ਦੇ ਵੱਲੋਂ ਦਿੱਤੀ ਗਈ ਹੈ ਕਿ ਕੋਈ ਵੀ ਨਾਗਰਿਕ ਇਹ ਨੋਟ ਬਦਲਵਾਉਣ ਦੇ ਲਈ ਜਾਂ ਜਮ੍ਹਾਂ ਕਰਵਾਉਣ ਦੇ ਲਈ ਆਵੇ ਤਾਂ ਉਸ ਨੂੰ ਰੋਕਿਆ ਨਹੀਂ ਜਾ ਸਕਦਾ। ਉਧਰ ਕਾਂਗਰਸ ਨੇ ਇਸ ਮੌਕੇ ਮੋਦੀ ਸਰਕਾਰ ਨੂੰ ਤਿੱਖੇ ਰੂਪ 'ਚ ਘੇਰਿਆ ਹੈ। ਸੀਨੀਅਰ ਕਾਂਗਰਸੀ ਲੀਡਰ ਪੀ ਚਿਦੰਬਰਮ ਨੇ ਕਿਹਾ ਕਿ 500 ਤੇ 1000 ਰੁਪਏ ਦੇ ਨੋਟ ਬੰਦ ਕਰਨ ਦੇ ਮੂਰਖਾਨਾ ਫੈਸਲੇ ਤੇ ਪਰਦਾ ਪਾਉਣ ਦੇ ਲਈ ਹੀ 2000 ਦਾ ਨੋਟ ਲਿਆਂਦਾ ਗਿਆ ਸੀ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਨੋਟਬੰਦੀ ਦੇ ਕੁਝ ਹਫ਼ਤਿਆਂ ਬਾਅਦ ਹੀ ਸਰਕਾਰ ਤੇ ਆਰਬੀਆਈ ਨੂੰ 500 ਰੁਪਏ ਦਾ ਕਰੰਸੀ ਨੋਟ ਮੁੜ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ ਸੀ। ਕਹਿੰਦੇ ਹੁਣ ਮੋਦੀ ਸਰਕਾਰ ਜੇਕਰ 1000 ਰੁਪਏ ਦਾ ਨੋਟ ਮੁੜ ਬਾਜ਼ਾਰ ਦੇ ਵਿੱਚ ਲਿਆਉਂਦੀ ਹੈ ਤਾਂ ਕਹਿੰਦੇ ਮੈਨੂੰ ਕੋਈ ਹੈਰਾਨੀ ਨਹੀਂ ਹੋਵੇਗੀ। ਸਾਬਕਾ ਵਿੱਤ ਮੰਤਰੀ ਮੁਤਾਬਿਕ 500 ਰੁਪਏ ਦਾ ਪੁਰਾਣਾ ਨੋਟ ਬੰਦ ਕਰਨ ਤੋਂ ਬਾਅਦ ਫਿਰ 500 ਰੁਪਏ ਦਾ ਨਵਾਂ ਨੋਟ ਲਿਆਉਣ ਦੀ ਕੋਈ ਤੁਕ ਨਹੀਂ ਬਣਦੀ ਸੀ। ਕਾਂਗਰਸ ਦੇ ਸੰਸਦ ਮੈਂਬਰ ਮਣੀਕਮ ਟੈਗੋਰ ਨੇ ਟਵੀਟ ਕੀਤਾ, ਦੂਜੀ ਨੋਟਬੰਦੀ ਆਫਤ ਸ਼ੁਰੂ, M ਬਰਾਬਰ ਮੈਡਨੈਸ ਯਾਨੀ ਕਿ ਪਾਗਲਪਣ। ਸੋ ਗੁਲਾਬੀ ਰੰਗ ਦਾ ਇਹ 2000 ਦਾ ਨੋਟ ਹੁਣ ਇਸ ਸਾਲ ਦੇ ਸਤੰਬਰ ਮਹੀਨੇ ਤੱਕ ਤੁਹਾਡੀਆਂ ਜੇਬਾਂ ਦੇ ਵਿੱਚੋਂ ਜਿਹੜਾ ਹੈਗਾ ਉਹ ਬੈਂਕਾਂ ਤੱਕ ਚਲੇ ਜਾਣਾ ਚਾਹੀਦਾ ਕਿਉਂਕਿ ਤੁਹਾਨੂੰ ਬੈਂਕਾਂ ਦੇ ਵਿੱਚ ਇਹ ਨੋਟ ਜਮ੍ਹਾਂ ਕਰਵਾਉਣੇ ਪੈਣਗੇ। ਜਦੋਂ ਆਰਬੀਆਈ ਨੇ ਐਲਾਨ ਕਰ ਦਿੱਤਾ ਹੈ ਜ਼ਾਹਿਰ ਤੌਰ ਤੇ ਦੁਕਾਨਦਾਰ ਜਾਂ ਫਿਰ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਇਹ ਨੋਟ ਲੈਣ ਤੋਂ ਝਿਜਕਣਗੇ। ਇਹ ਨੋਟ ਦੇਖ ਕੇ ਹਰ ਕੋਈ ਹੁਣ ਪਾਸੇ ਨੂੰ ਮੂੰਹ ਕਰੇਗਾ। ਸੋ ਬੈਂਕ ਹੀ ਉਹ ਜ਼ਰੀਆ ਨੇ ਜਿੱਥੇ ਤੁਸੀਂ ਆਪਣੇ ਨੋਟ ਜਾਂ ਤਾਂ ਜਮ੍ਹਾਂ ਕਰਵਾ ਸਕਦੇ ਹੋ ਜਾਂ ਫਿਰ ਬਦਲਵਾ ਸਕਦੇ ਹੋ। ਉਂਝ ਵੀ ਜਦੋਂ ਨੋਟ ਬੰਦ ਵੀ ਨਹੀਂ ਹੋਇਆ ਸੀ, ਹੁਣ ਤੱਕ ਨੋਟ ਚੱਲਦਾ ਹੀ ਰਿਹਾ ਤਾਂ 2000 ਦਾ ਨੋਟ ਲੈਣ ਤੋਂ ਹਰ ਕੋਈ ਕੰਨੀ ਕਤਰਾਉਂਦਾ ਹੁੰਦਾ ਹੈ ਕਿ ਇੰਨਾ ਵੱਡਾ ਨੋਟ ਹੈ। ਜੇ ਤੁਸੀਂ 10 ਰੁਪਏ ਦੀ ਚੀਜ਼ ਲੈਣੀ ਹੈ ਜਾਂ ਤੁਸੀਂ 100-200 ਦੀ ਵੀ ਚੀਜ਼ ਲੈਣੀ ਹੈ ਤਾਂ ਜਿਹੜਾ ਹੈਗਾ ਦੁਕਾਨਦਾਰ ਹੈ ਜਾਂ ਕੋਈ ਵੀ ਤੁਹਾਡੇ ਨਾਲ ਲੈਣ ਦੇਣ ਕਰ ਰਿਹਾ ਹੈ ਤਾਂ ਉਹਦੀ ਪਹਿਲੀ ਮੰਗ ਇਹੀ ਹੁੰਦੀ ਹੈ ਕਿ ਖੁੱਲ੍ਹੇ ਪੈਸੇ ਦੇ ਦਿਓ।
ਸੋ ਆਸ ਕਰਦੇ ਹਾਂ ਕਿ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਇਸ ਨੋਟ ਨੂੰ ਬਦਲਵਾਉਣ ਤੇ ਜਮ੍ਹਾਂ ਕਰਵਾਉਣ ਦੇ ਲਈ 4 ਮਹੀਨਿਆਂ ਤੋਂ ਵੱਧ ਦਾ ਸਮਾਂ ਦਿੱਤਾ ਹੈ ਤਾਂ 2016 ਦਾ ਜਿਹੜਾ ਨੋਟਬੰਦੀ ਦਾ ਮੰਜ਼ਰ ਸੀਗਾ ਉਹ ਚੇਤੇ ਤਾਂ ਜ਼ਰੂਰ ਆਇਆ ਹੋਣਾ ਸਭ ਨੂੰ, ਪਰ ਉਸ ਵਰਗੇ ਹਾਲਾਤ ਜ਼ਾਹਿਰ ਤੌਰ ਤੇ ਨਹੀਂ ਹੋਣਗੇ। ਬਠਿੰਡਾ ਜ਼ਿਲ੍ਹੇ ਤੋਂ ਵੱਡੀ ਖਬਰ ਹੈ ਜਿੱਥੇ ਵੱਖ-ਵੱਖ ਥਾਵਾਂ ਤੇ ਬੰਬ ਧਮਾਕੇ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ। ਧਮਕੀਆਂ ਭਰੀਆਂ ਚਿੱਠੀਆਂ ਕਰੀਬ ਅੱਧੀ ਦਰਜਨ ਸਿਆਸੀ ਲੀਡਰਾਂ, ਅਧਿਕਾਰੀਆਂ ਤੇ ਵਪਾਰੀਆਂ ਨੂੰ ਭੇਜੀਆਂ ਗਈਆਂ ਨੇ। ਇਹਨਾਂ ਚਿੱਠੀਆਂ ਦੇ ਵਿੱਚ ਇੱਕ ਕਾਪੀ ਅਸਲੀ ਹੈ ਜਦਕਿ ਬਾਕੀ ਫੋਟੋ ਕਾਪੀਆਂ ਨੇ। ਚਿੱਠੀਆਂ ਵਿੱਚ 7 ਜੂਨ ਨੂੰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਠਿੰਡਾ ਦੇ ਮੌੜ ਮੰਡੀ ਸਥਿਤ ਪ੍ਰਾਚੀਨ ਦੁਰਗਾ ਮੰਦਿਰ ਮਾਈਸਰ ਖਾਨਾ ਦੀਆਂ ਕੰਧਾਂ ਅਤੇ ਨੈਸ਼ਨਲ ਹਾਈਵੇ ਤੇ ਬਣੇ ਹੋਏ ਇੱਕ ਮੰਦਿਰ ਦੇ ਬੋਰਡ ਤੇ ਖਾਲਿਸਤਾਨ ਪੱਖੀ ਨਾਰੇ ਵੀ ਲਿਖੇ ਗਏ। ਨਾਰੇ ਲਿਖਣ ਤੋਂ ਬਾਅਦ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤੇ ਵੀਡੀਓ ਦੇ ਵਿੱਚ ਗੁਰੂ ਘਰ ਦੇ ਸਪੀਕਰ ਵਿੱਚ ਹੋ ਰਹੇ ਪਾਠ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਪੁਲਿਸ ਨੂੰ ਅੰਦਾਜ਼ਾ ਹੈ ਕਿ ਨਾਰੇ ਬੁੱਧਵਾਰ ਰਾਤ ਨੂੰ ਆਏ ਤੂਫਾਨ ਤੋਂ ਬਾਅਦ ਸਵੇਰੇ 3 ਤੋਂ 4 ਵਜੇ ਦੇ ਕਰੀਬ ਲਿਖੇ ਗਏ ਹੋ ਸਕਦੇ ਨੇ। ਪਿੰਡ ਦੇ ਲੋਕਾਂ ਨੇ ਸਵੇਰੇ 7 ਵਜੇ ਦੇ ਕਰੀਬ ਮੰਦਿਰ ਦੀ ਚਾਰਦੀਵਾਰੀ ਤੇ ਹੋਰ ਥਾਵਾਂ ਤੇ ਖਾਲਿਸਤਾਨ ਦੇ ਨਾਰੇ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ ਸੀ। ਇਸ ਦਰਮਿਆਨ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਦੇ ਗੁਲਨੀਤ ਸਿੰਘ ਖੁਰਾਣਾ ਨੇ ਧਮਕੀ ਭਰੀਆਂ ਚਿੱਠੀਆਂ ਦੀ ਗਿਣਤੀ 6 ਤੋਂ 7 ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇੱਕ ਸਾਬਕਾ ਵਿਧਾਇਕ, ਵਪਾਰੀਆਂ ਤੇ ਅਫਸਰਾਂ ਨੂੰ ਚਿੱਠੀਆਂ ਮਿਲੀਆਂ ਨੇ। ਸਾਰੇ ਥਾਣਿਆਂ ਨੂੰ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਤਲਾਸ਼ੀ ਮੁਹਿੰਮ ਚਲਾਉਣ ਦੇ ਕਹਿੰਦੇ ਨਿਰਦੇਸ਼ ਦਿੱਤੇ ਨੇ। ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਕਿਸਮ ਦੀ ਸ਼ੱਕੀ ਚੀਜ਼ ਜੇ ਤੁਹਾਨੂੰ ਨਜ਼ਰੀ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ। ਅਮਰੀਕਾ ਤੋਂ ਉਦਾਸ ਕਰਨ ਵਾਲੀ ਖਬਰ ਆਈ ਹੈ ਜਿੱਥੇ ਭੁਲੱਥ ਦੇ ਪਿੰਡ ਬੋਪਾ ਰਾਏ ਦੇ ਰਹਿਣ ਵਾਲੇ ਪਿਓ ਪੁੱਤਰ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਇਹ ਅਮਰੀਕਾ ਦੇ ਫ੍ਰਿਜ਼ਨੋ ਸ਼ਹਿਰ ਦੇ ਵਿੱਚ ਰਹਿੰਦੇ ਸਨ। ਇਸ ਹਾਦਸੇ ਦੇ ਵਿੱਚ ਲੜਕੇ ਦੀ ਮਾਂ ਗੰਭੀਰ ਜ਼ਖਮੀ ਹੋ ਗਈ ਹੈ। ਪਿਓ ਪੁੱਤ ਦੀ ਪਛਾਣ ਐਡਵੋਕੇਟ ਕੁਲਵਿੰਦਰ ਸਿੰਘ, ਹੰਸਪਾਲ ਤੇ ਸੁਖਵਿੰਦਰ ਸਿੰਘ ਵਜੋਂ ਹੋਈ ਹੈ ਜਦਕਿ ਕੁਲਵਿੰਦਰ ਸਿੰਘ ਦੀ ਪਤਨੀ ਬਲਵੀਰ ਕੌਰ ਗੰਭੀਰ ਜ਼ਖਮੀ ਹੋਣ ਕਰਕੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਮ੍ਰਿਤਕ ਦੇ ਭਰਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦਾ ਪਰਿਵਾਰ ਪਿਛਲੇ 15 ਸਾਲਾਂ ਤੋਂ ਆਪਣੇ ਬੱਚਿਆਂ ਸਮੇਤ ਅਮਰੀਕਾ ਦੇ ਵਿੱਚ ਹੀ ਰਹਿ ਰਿਹਾ ਸੀ। ਪਤਾ ਲੱਗਿਆ ਕਿ ਕੁਲਵਿੰਦਰ ਸਿੰਘ ਤੇ ਬਲਵੀਰ ਕੌਰ ਆਪਣੇ ਪੁੱਤ ਦੀ ਡਾਕਟਰੀ ਦੀ ਡਿਗਰੀ ਹਾਸਲ ਕਰਨ ਦੀ ਖੁਸ਼ੀ ਵਿੱਚ ਆਪਣੀ ਕਾਰ ਤੇ ਜਸ਼ਨ ਮਨਾਉਣ ਦੇ ਲਈ ਪਾਰਟੀ ਤੇ ਜਾ ਰਹੇ ਸਨ, ਪਰ ਰਾਹ ਦੇ ਵਿੱਚ ਕਿਸੇ ਹੋਰ ਦਾ ਟਾਇਰ ਫਟਣ ਕਰਕੇ ਉਹਨਾਂ ਦੀ ਗੱਡੀ ਵਿੱਚ ਜਾ ਵੱਜਿਆ ਤੇ ਉਹਨਾਂ ਦੀ ਕਾਰ ਪਲਟ ਗਈ। ਹਾਦਸੇ ਵਿੱਚ ਕੁਲਵਿੰਦਰ ਸਿੰਘ ਦੀ ਮੌਕੇ ਤੇ ਜਦਕਿ ਪੁੱਤ ਦੀ ਹਸਪਤਾਲ ਦੇ ਵਿੱਚ ਅਗਲੇ ਦਿਨ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਨੇ ਸਭ ਨੂੰ ਸੋਗਮਈ ਕਰ ਦਿੱਤਾ ਹੈ। ਪੰਜਾਬ ਦੇ ਵਿੱਚ ਅਪ੍ਰੈਲ ਤੇ ਮਈ ਮਹੀਨੇ ਦੇ ਵਿੱਚ ਬੇਅਦਬੀ ਦੀਆਂ 3 ਵੱਡੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਤੇ ਬੇਹੁਰਮਤੀ ਦੀਆਂ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਦਾ ਹਸ਼ਰ ਵੀ ਸਾਹਮਣੇ ਆ ਚੁੱਕਿਆ। ਮੁਰਿੰਡਾ ਦੇ ਇਤਿਹਾਸਿਕ ਗੁਰਦੁਆਰਾ ਕੋਤਵਾਲੀ ਸਾਹਿਬ, ਪਟਿਆਲਾ ਦੇ ਇਤਿਹਾਸਿਕ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅਤੇ ਰਾਜਪੁਰਾ ਦੇ ਸਥਾਨਕ ਸਿੰਘ ਸਭਾ ਗੁਰਦੁਆਰੇ ਤੋਂ ਬਾਅਦ ਹੁਣ ਗੁਰੂ ਨਾਨਕ ਸਾਹਿਬ ਦੀ ਨਗਰੀ ਸੁਲਤਾਨਪੁਰ ਲੋਧੀ ਤੋਂ ਵੀ ਬੇਅਦਬੀ ਦੀ ਕੋਸ਼ਿਸ਼ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਦਰਅਸਲ 18 ਮਈ ਦੀ ਸ਼ਾਮ ਨੂੰ 7 ਵਜੇ ਇੱਕ ਸ਼ਖਸ ਇਤਿਹਾਸਿਕ ਗੁਰਦੁਆਰਾ ਹੱਟ ਸਾਹਿਬ ਵਿਖੇ ਮੂੰਹ ਢੱਕ ਕੇ ਦਾਖਲ ਹੋਇਆ। ਮੱਥਾ ਟੇਕਣ ਤੋਂ ਬਾਅਦ ਉਸਨੇ ਲਲਕਾਰਨ ਦੇ ਅੰਦਾਜ਼ ਨਾਲ ਥਾਪੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਹਰਕਤ ਨੂੰ ਦੇਖ ਕੇ ਦਰਬਾਰ ਹਾਲ ਦੇ ਅੰਦਰ ਮੌਜੂਦ ਗੁਰੂ ਘਰ ਦੇ ਸੇਵਾਦਾਰ ਅਤੇ ਸੰਗਤ ਹੈਰਾਨ ਰਹਿ ਗਏ। ਮੌਕੇ ਤੇ ਮੌਜੂਦ ਸੇਵਾਦਾਰ ਗ੍ਰੰਥੀ ਸਿੰਘ ਤੇ ਰਾਗੀ ਸਿੰਘਾਂ ਨੂੰ ਉਸਦੀਆਂ ਹਰਕਤਾਂ ਤੇ ਸ਼ੱਕ ਹੋਇਆ ਤੇ ਉਸ ਨੂੰ ਮੂੰਹ ਤੋਂ ਕੱਪੜਾ ਲਾਉਣ ਲਈ ਕਿਹਾ। ਸੇਵਾਦਾਰਾਂ ਦੇ ਦੱਸਣ ਮੁਤਾਬਿਕ ਇਸਨੇ ਕੱਪੜਾ ਲਾਉਣ ਦੀ ਬਜਾਏ ਸੇਵਾਦਾਰਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਫਿਰ ਜਿਹੜੀ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਉਸ ਥਾਂ ਵੱਲ ਜਾਣ ਦੀ ਕੋਸ਼ਿਸ਼ ਕਰਨ ਲੱਗਿਆ। ਜਿਵੇਂ ਹੀ ਇਹਨੂੰ ਸੇਵਾਦਾਰਾਂ ਨੇ ਫੜਿਆ ਤਾਂ ਇਹਨੇ ਕਿਰਪਾਨ ਕੱਢ ਕੇ ਸੇਵਾਦਾਰ ਤੇ ਹੀ ਹਮਲਾ ਕਰ ਦਿੱਤਾ, ਜਿਸ ਨਾਲ ਸੇਵਾਦਾਰ ਜ਼ਖਮੀ ਹੋ ਗਿਆ, ਪਰ ਫਿਰ ਵੀ ਇਸ ਨੂੰ ਕਾਬੂ ਕਰ ਲਿਆ ਗਿਆ। ਕਾਬੂ ਕਰਕੇ ਇਹਦੀ ਚੰਗੀ ਸੇਵਾ ਕਰਨ ਤੋਂ ਬਾਅਦ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਦੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਹਮਲਾ ਕਰਨ ਵਾਲਾ ਸ਼ਖਸ ਸੁਲਤਾਨਪੁਰ ਲੋਧੀ ਦਾ ਹੀ ਰਹਿਣ ਵਾਲਾ ਹੈ। ਉਸ ਦਾ ਨਾਮ ਵੀ ਵੀਰ ਸਿੰਘ ਹੈ। ਗ੍ਰੰਥੀ ਸਿੰਘ, ਸੇਵਾਦਾਰ ਤੇ ਰਾਗੀਆਂ ਦੇ ਬਿਆਨ ਦਰਜ ਹੋ ਚੁੱਕੇ ਨੇ। ਗੁਰੂ ਘਰ ਦੇ ਮੈਨੇਜਰ ਦੀ ਦਰਖਾਸਤ ਤੇ ਇਸ ਨੂੰ ਹਿਰਾਸਤ ਵਿੱਚ ਰੱਖ ਕੇ ਪੁੱਛਗਿੱਛ ਕੀਤੀ ਗਈ ਕਿ ਆਖਿਰ ਉਹ ਮੂੰਹ ਢੱਕ ਕੇ ਕਿਹੜੀ ਮਨਸ਼ਾ ਦੇ ਨਾਲ ਗੁਰੂ ਘਰ ਦੇ ਵਿੱਚ ਦਾਖਲ ਹੋਇਆ ਸੀ। ਹਾਲਾਂਕਿ ਗੁਰੂ ਘਰ ਦੇ ਸੇਵਾਦਾਰਾਂ ਦੇ ਮੁਤਾਬਿਕ ਇਹ ਬੇਅਦਬੀ ਦੀ ਮਨਸ਼ਾ ਦੇ ਨਾਲ ਹੀ ਗੁਰੂ ਘਰ ਦੇ ਅੰਦਰ ਦਾਖਲ ਹੋਇਆ ਸੀ। ਇਸ ਘਟਨਾ ਦੀ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਰੜੀ ਨਿੰਦਿਆ ਕੀਤੀ ਹੈ। ਪ੍ਰਧਾਨ ਧਾਮੀ ਨੇ ਉਕਤ ਵਿਅਕਤੀ ਦੇ ਵੱਲੋਂ ਗੁਰੂ ਘਰ ਦੇ ਅੰਦਰ ਮੁੱਖ ਦਰਬਾਰ ਅੰਦਰ ਰਾਗੀ ਸਿੰਘਾਂ ਤੇ ਸੇਵਾਦਾਰਾਂ ਨੂੰ ਲਲਕਾਰਨਾ ਅਤੇ ਹਮਲਾ ਕਰਨ ਦੇ ਇਸ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਧਾਰਮਿਕ ਅਸਥਾਨਾਂ ਤੇ ਅਜਿਹੀਆਂ ਘਟਨਾਵਾਂ ਦਾ ਲਗਾਤਾਰ ਵਾਪਰਨਾ ਵੱਡੀ ਚਿੰਤਾ ਦਾ ਵਿਸ਼ਾ ਹੈ ਤੇ ਪੰਜਾਬ ਸਰਕਾਰ ਨੂੰ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਗੰਭੀਰਤਾ ਨਾਲ ਜਾਂਚ ਕਰੇ ਕਿ ਇਹ ਵਿਅਕਤੀ ਇੱਥੇ ਕਿਸ ਮਨਸ਼ਾ ਦੇ ਨਾਲ ਆਇਆ ਸੀ।
ਕਹਿੰਦੇ ਸੂਬੇ ਦੇ ਵਿੱਚ ਵਾਰ-ਵਾਰ ਗੁਰੂ ਘਰਾਂ ਦੇ ਅੰਦਰ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਨੇ ਤੇ ਚਿੰਤਾ ਦੀ ਗੱਲ ਇਹ ਹੈ ਕਿ ਇਸ ਪਿੱਛੇ ਅਸਲ ਤਾਕਤਾਂ ਤੱਕ ਸਰਕਾਰੀ ਤੰਤਰ ਪਹੁੰਚ ਨਹੀਂ ਰਿਹਾ ਤੇ ਜੇ ਨਹੀਂ ਪਹੁੰਚ ਰਿਹਾ ਤਾਂ ਉਹਦੇ ਪਿੱਛੇ ਵੀ ਕੀ ਕਾਰਨ ਹੈ, ਇਹ ਹੋਰ ਵੀ ਚਿੰਤਾ ਵਾਲੀ ਗੱਲ ਹੈ। ਇਸ ਮੌਕੇ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਦੇ ਖਿਲਾਫ ਪੁਲਿਸ ਨੇ ਧਾਰਾ 295A ਤੇ 323 ਤਹਿਤ ਪਰਚਾ ਦਰਜ ਕਰ ਲਿਆ। ਕੱਲ ਰਾਤ ਇੱਕ ਵਿਅਕਤੀ ਗੁਰਦੁਆਰਾ ਹੱਟ ਸਾਹਿਬ ਵਿਖੇ ਮੂੰਹ ਤੇ ਕੱਪੜਾ ਬੰਨ੍ਹ ਕੇ ਜਾਂਦਾ ਆ, ਮੱਥਾ ਟੇਕਦਾ ਆ। ਮੱਥਾ ਟੇਕਣ ਤੋਂ ਬਾਅਦ ਰਾਗੀ ਸਿੰਘਾਂ ਸਾਹਮਣੇ ਖੜ ਕੇ ਪੱਟ ਤੇ ਥਾਪੀਆਂ ਮਾਰਨ ਲੱਗ ਪੈਂਦਾ। ਇਹਨਾਂ 'ਚ ਇਹਨੂੰ ਸਾਡੇ ਸੇਵਾਦਾਰ ਤੇ ਗ੍ਰੰਥੀ ਉਹਨੂੰ ਮੂੰਹ ਤੇ ਕੱਪੜਾ ਖੋਲ੍ਹਣ ਲਈ ਕਹਿੰਦੇ ਨੇ, ਪਰ ਉਹ ਉਹਨਾਂ ਨਾਲ ਹੱਥੋਂ-ਪਾਈ ਹੋ ਜਾਂਦਾ। ਇਸ ਹੱਥੋਂ-ਪਾਈ 'ਚ ਗ੍ਰੰਥੀ ਸਿੰਘ ਦੇ ਸ਼੍ਰੀ ਸਾਹਿਬ ਵੱਜੀ। ਉਸ ਵਿਅਕਤੀ ਨੂੰ ਪੁਲਿਸ ਨੇ ਫੜ ਕੇ 295A ਅਤੇ 323 ਦਾ ਪਰਚਾ ਦਰਜ ਕੀਤਾ। ਪਰ ਇਹਦੇ ਪਿੱਛੇ ਸਾਜ਼ਿਸ਼ ਕੀ ਆ? ਕਿਉਂਕਿ ਅਕਸਰ ਹੀ ਗੁਰਦੁਆਰਾ ਸਾਹਿਬਾਨ ਦੇ ਅੰਦਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ। ਕਦੀ ਕੋਈ ਜੁੱਤੀ ਪਾ ਕੇ ਦਰਬਾਰ 'ਚ ਜਾਂਦਾ, ਕਦੀ ਕੋਈ ਨੰਗੇ ਸਿਰ ਜਾਂਦਾ, ਕਦੇ ਕੋਈ ਹੋਰ ਇਹੋ ਜਿਹੀਆਂ ਹਰਕਤਾਂ ਕਰਦਾ, ਜਿੱਦਾਂ ਕੋਤਵਾਲੀ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਗ੍ਰੰਥੀ ਦੇ ਚਪੇੜਾਂ ਮਾਰੀਆਂ ਤੇ ਪਾਵਨ ਸਰੂਪ ਦੀ ਬੇਅਦਬੀ ਕੀਤੀ। ਇਹਦੇ ਪਿੱਛੇ ਕੋਈ ਬਹੁਤ ਡੂੰਘੀ ਸਾਜ਼ਿਸ਼ ਲੱਗਦੀ ਹੈ। ਅਸੀਂ ਅਕਸਰ ਹੀ ਸਰਕਾਰ ਨੂੰ ਬੇਨਤੀ ਕਰਦੇ ਰਹੇ ਹਾਂ ਕਿ ਇਹਦੇ ਪਿੱਛੇ ਜਿਹੜੀਆਂ ਸਾਜ਼ਿਸ਼ਾਂ ਨੇ ਉਹਨੂੰ ਨੰਗਾ ਕੀਤਾ ਜਾਵੇ, ਕਿਉਂਕਿ ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ। ਕਿਉਂਕਿ ਜਿਵੇਂ ਇਹੋ ਜਿਹੀਆਂ ਘਟਨਾ ਵਾਪਰ ਰਹੀਆਂ ਤੇ ਆਟੋਮੈਟਿਕਲੀ ਸਿੱਖ ਜਜ਼ਬਾਤ ਭੜਕਣਗੇ। ਜੇ ਸਿੱਖ ਜਜ਼ਬਾਤ ਭੜਕੇ ਤੇ ਪੰਜਾਬ ਦਾ ਮਾਹੌਲ ਖਰਾਬ ਹੋਊਗਾ। ਮੈਂ ਸਰਕਾਰ ਨੂੰ, ਪੰਜਾਬ ਸਰਕਾਰ ਤੇ ਹਿੰਦੁਸਤਾਨ ਦੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਜਿਹੇ ਅਨਸਰਾਂ ਨੂੰ ਤੁਰੰਤ ਰੱਥ ਪਾਈ ਜਾਵੇ ਤੇ ਸਖਤ ਕਾਨੂੰਨ ਬਣਾਇਆ ਜਾਵੇ, ਜਿਹਦੇ ਨਾਲ ਅਜਿਹੇ ਅਨਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋ ਸਕੇ। ਸਰਕਾਰ ਦੇ ਨੇੜਲੇ ਦੋਸਤ ਮੰਨੇ ਜਾਂਦੇ ਗੁਜਰਾਤ ਦੇ ਵੱਡੇ ਕਾਰੋਬਾਰੀ ਗੌਤਮ ਅਡਾਨੀ ਦੇ ਲਈ ਇੱਕ ਵੱਡੀ ਰਾਹਤ ਭਰੀ ਖਬਰ ਹੈ ਕਿ ਸੁਪਰੀਮ ਕੋਰਟ ਦੀ ਕਮੇਟੀ ਨੇ ਅਡਾਨੀ ਗਰੁੱਪ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਵੱਖਰੀ ਜਾਂਚ ਦੇ ਵਿੱਚ ਮਾਰਕੀਟ ਰੈਗੂਲੇਟਰ ਸੇਬੀ ਦੇ ਹੱਥ ਵੀ ਖਾਲੀ ਦੱਸੇ ਗਏ ਨੇ। ਸੁਪਰੀਮ ਕੋਰਟ ਦੇ ਵੱਲੋਂ ਗਠਿਤ ਮਾਹਿਰਾਂ ਦੀ ਕਮੇਟੀ ਨੇ ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਦਰਅਸਲ ਹਿੰਡਨਬਰਗ ਦੀ ਰਿਪੋਰਟ ਆਉਣ ਤੋਂ ਬਾਅਦ ਅਡਾਨੀ ਦੇ ਖਿਲਾਫ ਜਾਂਚ ਕਰਨ ਦੀ ਮੰਗ ਵੱਡੇ ਪੱਧਰ ਤੇ ਉੱਠੀ, ਪਰ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਗਈ ਕਮੇਟੀ ਨੇ ਕਾਰੋਬਾਰੀ ਨੂੰ ਵੱਡੀ ਰਾਹਤ ਦਿੰਦਿਆਂ ਆਪਣੀ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਕਮੇਟੀ ਨੂੰ ਅਡਾਨੀ ਗਰੁੱਪ ਦੀਆਂ ਕੰਪਨੀਆਂ ਤੇ ਸ਼ੇਅਰਾਂ ਦੀ ਹੇਰਾਫੇਰੀ ਨੂੰ ਲੈ ਕੇ ਦੋਸ਼ਾਂ ਬਾਰੇ ਕੋਈ ਸਬੂਤ ਨਹੀਂ ਮਿਲਿਆ ਤੇ ਕਾਰੋਬਾਰੀ ਨੇ ਪਰਚੂਨ ਨਿਵੇਸ਼ਕਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਨੇ। ਯਾਨੀ ਕਿ ਸਿਰਫ ਰਾਹਤ ਹੀ ਨਹੀਂ ਦਿੱਤੀ ਗਈ, ਅਡਾਨੀ ਨੂੰ ਕਲੀਨ ਚਿੱਟ ਹੀ ਨਹੀਂ ਦਿੱਤੀ ਗਈ, ਬਲਕਿ ਅਡਾਨੀ ਨੂੰ ਛੋਟੇ ਕਾਰੋਬਾਰੀਆਂ ਦੇ ਹਿੱਤਾਂ ਦਾ ਰੱਖਿਅਕ ਦੱਸਿਆ ਗਿਆ। ਉਧਰ ਵਿਦੇਸ਼ੀ ਐਂਟੀਟੀਜ਼ ਤੋਂ ਫੰਡਾਂ ਲਈ ਲੈਣ ਦੇਣ ਦੀ ਕਥਿਤ ਉਲੰਘਣਾ ਦੀ ਵੱਖਰੀ ਜਾਂਚ ਵਿੱਚ ਕਹਿੰਦੇ ਸੇਬੀ ਦੇ ਹੱਥ ਪੱਲੇ ਵੀ ਕੁਝ ਨਹੀਂ ਲੱਗਿਆ ਤੇ ਸੁਪਰੀਮ ਕੋਰਟ ਦੀ ਕਮੇਟੀ ਦੇ ਵੱਲੋਂ ਅਡਾਨੀ ਗਰੁੱਪ ਨੂੰ ਦਿੱਤੀ ਕਲੀਨ ਚਿੱਟ ਦੇ ਮੁੱਦੇ ਤੇ ਕਾਂਗਰਸ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਇਸ ਨਤੀਜੇ ਦੀ ਪਹਿਲਾਂ ਤੋਂ ਹੀ ਸਾਨੂੰ ਆਸ ਸੀ, ਪਹਿਲਾਂ ਹੀ ਪਤਾ ਸੀ, ਪਰ ਕਾਰੋਬਾਰੀ ਨੂੰ ਕਲੀਨ ਚਿੱਟ ਦੇਣ ਲਈ ਰਿਪੋਰਟ ਨੂੰ ਘੁਮਾਉਣਾ ਪੂਰੀ ਤਰ੍ਹਾਂ ਦੇ ਨਾਲ ਬਣਾਉਟੀ ਹੈ। ਯਾਨੀ ਕਿ ਅਡਾਨੀ ਦੀ ਕਲੀਨ ਚਿੱਟ ਨੂੰ ਉਹਨਾਂ ਨੇ ਫਰਜ਼ੀ ਦੱਸਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਵਾਉਣ ਦੀ ਮੰਗ ਤੇ ਜ਼ੋਰ ਦਿੰਦਿਆਂ ਕਿਹਾ ਕਿ ਪਾਰਟੀ ਲੰਬੇ ਸਮੇਂ ਤੋਂ ਮੰਗ ਕਰ ਰਹੀ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਗਠਿਤ ਮਾਹਿਰਾਂ ਦੀ ਕਮੇਟੀ ਕੋਲ ਤਾਂ ਬਹੁਤ ਹੀ ਸੀਮਿਤ ਜਿਹੇ ਅਧਿਕਾਰ ਨੇ। ਮਸਲਾ ਇੰਨਾ ਗੁੰਝਲਦਾਰ ਹੈ ਕਿ ਇਸ ਤੋਂ ਪਰਦਾ ਚੁੱਕਣਾ ਸੌਖਾ ਨਹੀਂ ਹੋਵੇਗਾ, ਇਸ ਕਰਕੇ ਸਾਂਝੀ ਸੰਸਦੀ ਕਮੇਟੀ ਬਣਾਉਣੀ ਚਾਹੀਦੀ ਹੈ। ਦੂਜੇ ਪਾਸੇ ਬੀਜੇਪੀ ਨੇ ਕਾਂਗਰਸ ਲੀਡਰ ਰਾਹੁਲ ਗਾਂਧੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਕਾਂਗਰਸ ਲੀਡਰ ਰਾਹੁਲ ਗਾਂਧੀ ਦੀਆਂ ਤਕਰੀਰਾਂ ਲਿਖਣ ਵਾਲਿਆਂ ਨੂੰ ਹੁਣ ਆਪਣੀ ਝੂਠ ਦੀ ਮਸ਼ੀਨ ਨੂੰ ਕਾਇਮ ਰੱਖਣ ਦੇ ਲਈ ਕੋਈ ਹੋਰ ਨਵੇਕਲੀ ਚੀਜ਼ ਲਿਆਉਣੀ ਪਵੇਗੀ। ਉਧਰ ਅਡਾਨੀ ਗਰੁੱਪ ਦੀ ਸੁਪਰੀਮ ਕੋਰਟ ਦੇ ਵਿੱਚ ਨੁਮਾਇੰਦਗੀ ਕਰਨ ਵਾਲੇ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਦਾਅਵਾ ਕੀਤਾ ਹੈ ਕਿ ਕਮੇਟੀ ਦਾ ਜਿਹੜਾ ਨਤੀਜਾ ਹੈ ਪੂਰੀ ਤਰ੍ਹਾਂ ਕਾਰਪੋਰੇਟ ਧੜੇ ਦੇ ਹੱਕ ਵਿੱਚ ਹੈ। ਕਮੇਟੀ ਨੇ ਆਪਣੀ ਰਿਪੋਰਟ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਕੋਈ ਵੱਡੀ ਹੇਰਾਫੇਰੀ ਨਹੀਂ ਹੋਈ, ਘਬਰਾਉਣ ਦੀ ਕੋਈ ਵਜ੍ਹਾ ਨਹੀਂ ਹੈ। ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੂੰ ਮੁੜ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਉਪ ਰਾਜਪਾਲ ਨੂੰ ਹੁਣ ਕੇਂਦਰ ਸਰਕਾਰ ਨੇ ਮੁੜ ਤੋਂ ਵੱਧ ਅਧਿਕਾਰ ਦੇ ਦਿੱਤੇ ਨੇ। ਦਿੱਲੀ ਵਿੱਚ ਅਧਿਕਾਰੀਆਂ ਦੇ ਤਬਾਦਲੇ ਤੇ ਤੈਨਾਤੀ ਬਾਰੇ ਅਧਿਕਾਰਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਦੇਰ ਰਾਤ ਇੱਕ ਆਰਡੀਨੈਂਸ ਜਾਰੀ ਕੀਤਾ ਹੈ। ਆਰਡੀਨੈਂਸ ਦੇ ਵਿੱਚ ਅਧਿਕਾਰੀਆਂ ਦੇ ਤਬਾਦਲੇ ਤੇ ਤੈਨਾਤੀ ਦੇ ਵਿੱਚ ਉਪ ਰਾਜਪਾਲ ਦੀ ਭੂਮਿਕਾ ਦੇ ਨਾਲ-ਨਾਲ ਦਿੱਲੀ ਸਰਕਾਰ ਦੇ ਅਧਿਕਾਰਾਂ ਦਾ ਵੀ ਜ਼ਿਕਰ ਹੈ।
ਕਿਹਾ ਜਾ ਰਿਹਾ ਹੈ ਕਿ ਇੱਕ ਤਰੀਕੇ ਦੇ ਨਾਲ ਕੇਂਦਰ ਸਰਕਾਰ ਨੇ ਉਪ ਰਾਜਪਾਲ ਦਾ ਖੋਹਿਆ ਅਧਿਕਾਰ ਉਹਨਾਂ ਨੂੰ ਵਾਪਸ ਕਰ ਦਿੱਤਾ ਹੈ। ਆਰਡੀਨੈਂਸ ਦੀ ਸਭ ਤੋਂ ਅਹਿਮ ਗੱਲ ਹੈ ਕਿ ਅਧਿਕਾਰੀਆਂ ਦੇ ਤਬਾਦਲੇ ਤੇ ਤੈਨਾਤੀ ਦੇ ਲਈ ਅਥਾਰਟੀ ਬਣਾਈ ਗਈ ਹੈ। ਇਹਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੁੱਖ ਸਕੱਤਰ ਤੇ ਪ੍ਰਮੁੱਖ ਗ੍ਰਹਿ ਸਕੱਤਰ ਸ਼ਾਮਿਲ ਹੋਣਗੇ। ਅਥਾਰਟੀ ਦੇ ਵਿੱਚ ਜੇ ਅਫਸਰਾਂ ਦੇ ਤਬਾਦਲੇ ਜਾਂ ਤੈਨਾਤੀ ਨੂੰ ਲੈ ਕੇ ਕੋਈ ਵਿਵਾਦ ਖੜਾ ਹੁੰਦਾ ਹੈ ਤਾਂ ਆਖਰੀ ਫੈਸਲਾ ਦਿੱਲੀ ਦੇ ਉਪ ਰਾਜਪਾਲ ਦਾ ਹੋਵੇਗਾ, ਯਾਨੀ ਕਿ ਦਿੱਲੀ ਦੇ ਉਪ ਰਾਜਪਾਲ ਨੂੰ ਪਹਿਲਾਂ ਵਾਲੇ ਸਾਰੇ ਅਧਿਕਾਰ ਮਿਲ ਜਾਣਗੇ। ਬੁਲੇਟਿਨ ਦੇ ਵਿੱਚ ਹੁਣ ਪੰਜਾਬ ਦੀਆਂ ਕੁਝ ਹੋਰ ਖਾਸ